असलामुअलैकुम जी। मैं अज़का आया रियल इन्फॉर्मेशन चैनल ते ਅੱਜ ਗੱਲ ਕਰਨੇ ਆ ਜਿਹੜੀ ਕਰੋਨਾ ਵਾਇਰਸ ਦੀ ਵਬਾ ਫੈਲੀ ਹੋਈ ਏ ਇਹਦੇ ਬਾਰੇ। ਇਹਦੇ ਨਾਲ ਇਟਲੀ ਦੇ ਵਿੱਚ ਕੀ ਸਿਚੁਏਸ਼ਨ ਹੈ। ਇਸ ਬਿਮਾਰੀ ਦੇ ਨਾਲ ਹੁਣ ਆਸਤਾ ਇਹਦਾ ਜ਼ੋਰ ਟੁੱਟ ਰਿਹਾ ਤੇ ਅੱਗੇ ਨਾਲੋਂ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਆਇਆ ਹੈ। ਅੱਗੇ ਨਾਲੋਂ ਹਾਲਾਤ ਬਿਹਤਰ ਹੋਣੇ ਜਾ ਰਹੇ ਨੇ। ਅੱਲਾ ਕਰੇ ਇਸੇ ਤਰ੍ਹਾਂ ਬਿਹਤਰੀ ਆਉਂਦੀ ਜਾਵੇ। ਤੇ ਅੱਜ ਜਿਹੜੇ ਹਸਪੀਟਲਾਂ ਦੇ ਵਿੱਚ ਜ਼ਿਆਦਾਤਰ ਨਾਰਮਲ ਕੰਡੀਸ਼ਨ ਵਿੱਚ ਮਰੀਜ਼ ਸਨ, ਜਿਨ੍ਹਾਂ ਦੀ ਤਬੀਅਤ ਅੱਗੇ ਨਾਲੋਂ ਠੀਕ ਹੋਈ ਹੈ, ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਬਹੁਤ ਹੀ ਘੱਟ ਕੇਸ ਅੱਜ ਨਵੇਂ ਆਏ ਨੇ। ਪਹਿਲੇ ਨਾਲੋਂ ਬਹੁਤ ਘੱਟ ਆਏ ਨੇ। ਜਿਸ ਤਰ੍ਹਾਂ 5000 ਦਾ 6000 ਦਾ ਚੀਫਰਾ ਹੁੰਦਾ ਸੀ, ਉਹ ਚੀਫਰਾ ਅੱਜ ਬਹੁਤ ਘਟਿਆ ਹੈ ਅੱਗੇ ਨਾਲੋਂ। ਕੱਲ 4000 ਪਲੱਸ ਬੰਦੇ ਸੀ, ਅੱਜ 3599 ਬੰਦੇ ਹੋਏ ਨੇ। ਇਹ ਖੁਸ਼ ਆਇਨ ਗੱਲ ਹੈ ਕਿ ਇਹਦੇ ਨਾਲ ਥੋੜ੍ਹਾ ਜਿਹਾ ਕੱਲ੍ਹ ਨਾਲੋਂ ਅੱਜ ਫਰਕ ਪਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਅੱਗੇ ਨਾਲੋਂ ਮੌਤ ਵਿੱਚ ਵੀ ਫਰਕ ਆਇਆ ਹੈ ਤੇ ਅੱਲਾ ਖੈਰ ਕਰੇ। ਇਸੇ ਤਰ੍ਹਾਂ ਮਰੀਜ਼ ਜਿਹੜੇ ਨੇ ਜ਼ਿਆਦਾ ਤੋਂ ਜ਼ਿਆਦਾ ਠੀਕ ਹੋਣ ਤੇ ਇਹ ਕੰਡੀਸ਼ਨ ਇਨਸ਼ਾਅੱਲਾ ਬਿਹਤਰ ਹੋਵੇ। ਇਸ ਸਿਚੁਏਸ਼ਨ ਦੇ ਮੁਤਾਬਕ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਫਾਜ਼ੇ 2 ਹੈ ਉਹ 16 ਮਈ ਜਾਂ 15 ਮਈ ਨੂੰ ਜਾ ਕੇ ਸਟਾਰਟ ਹੋਣਾ ਸੀ। ਹੁਣ ਹੋ ਸਕਦਾ ਉਸ ਤੋਂ ਪਹਿਲਾਂ ਲਾਗੂ ਹੋਵੇ, ਕਿਉਂਕਿ ਅੱਗੇ ਨਾਲੋਂ ਫਰਕ ਆ ਰਿਹਾ ਇਟਲੀ ਦੇ ਵਿੱਚ ਕੇਸਾਂ ਦੇ ਉੱਤੇ ਵੀ। ਹੁਣ ਗੱਲ ਕਰਨੇ ਆ ਸਕੂਲਾਂ ਦੀ। ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਆਨਲਾਈਨ ਸਿਸਟਮ ਜਾਰੀ ਹੋਵੇ ਸਕੂਲਾਂ ਦਾ ਵੀ। ਤੇ ਇਹਦੇ ਵਿੱਚ 4500 ਟੀਚਰ ਜਿਹੜੇ ਨੇ ਨਾ ਉਹ ਸ਼ਾਮਲ ਹੋਣਗੇ ਆਨਲਾਈਨ, ਜਿਹੜੇ ਪੜ੍ਹਾਉਣ ਦੇ ਜਾਂ ਇਮਤਿਹਾਨ ਲੈਣਗੇ। ਤੇ ਅਗਰ 18 ਮਈ ਤੱਕ ਨਹੀਂ ਸਿਚੁਏਸ਼ਨ ਕੰਟਰੋਲ ਵਿੱਚ ਆਉਂਦੀ ਤੇ ਫਿਰ ਇਸ ਤੋਂ ਉੱਤੇ ਮੈਟ੍ਰਿਕ ਵਾਲੇ ਜਾਂ ਇਸ ਤੋਂ ਅੱਗੇ ਸਕੂਲਾਂ ਯੂਨੀਵਰਸਿਟੀਆਂ ਵਾਲੇ ਜਿਹੜੇ ਨੇ ਇਹਨਾਂ ਦੇ ਬਾਰੇ ਵੀ ਫਿਰ ਹੋ ਸਕਦਾ ਕੋਈ ਆਨਲਾਈਨ ਕਰਨ ਦਾ ਇਹਨਾਂ ਨੂੰ ਸਟੈਪ ਕੀਤਾ ਜਾਵੇ। ਤੇ ਮਾਸਕਿਆਂ ਦੀ ਵੀ ਬੜੀ ਕਿੱਲਤ ਆ ਰਹੀ ਹੈ ਇਟਲੀ ਦੇ ਵਿੱਚ। ਅੱਜ ਤਕਰੀਬਨ 45% ਤੱਕ ਮਾਸਕ ਨਹੀਂ ਸਨ ਮਿਲ ਰਹੇ ਤੇ ਖ਼ਾਸ ਤੌਰ 'ਤੇ ਵੱਡੇ 8 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਮਾਸਕਰਿਆਂ ਦੀ ਕਿੱਲਤ ਰਹੀ ਹੈ। ਨਾਪੋਲੀ, ਮਿਲਾਨ ਵਗੈਰਾ ਵਗੈਰਾ ਜਿਹੜੇ ਦੂਸਰੇ ਨਾਲ ਨਾਪੋਲੀ ਦੇ ਨਾਲ ਦੂਸਰੇ ਇਲਾਕੇ ਨੇ ਉੱਥੇ ਨਹੀਂ ਮਿਲਦੇ ਰਹੇ। ਤੇ ਅੱਜ ਦੇ ਦਿਨ ਦੇ ਵਿੱਚ ਵੀ 8 ਡਾਕਟਰ ਜਿਹੜੇ ਨੇ ਉਹ ਫੌਤ ਹੋ ਚੁੱਕੇ ਨੇ। ਇਹਦੇ ਨਾਲ ਡਾਕਟਰਾਂ ਦੀ ਤਾਦਾਦ ਜਿਹੜੀ ਹੈ ਉਹ 87 ਹੋ ਚੁੱਕੀ ਹੈ। ਮਰਨ ਵਾਲੇ ਡਾਕਟਰਾਂ ਦੀ ਤਾਦਾਦ ਹੁਣ ਤੱਕ, ਜਿਹੜੇ ਅੱਜ ਤੋਂ ਪਿੱਛੇ ਸਾਰੇ ਫੌਤ ਵਗੈਰਾ ਹੋਏ ਨੇ। ਅੱਛਾ ਜੀ, ਬਹਿਰਗਾਮ ਦੇ ਵਿੱਚ ਵੀ ਇੱਕ ਨਵਾਂ ਕਾਨੂੰਨ ਆ ਰਿਹਾ ਕਿ 3 ਦਿਨ ਫੀਮੇਲ ਜਿਹੜੀਆਂ ਨੇ ਉਹ ਬਾਹਰ ਨਿਕਲ ਕੇ ਸ਼ਾਪਿੰਗ ਵਗੈਰਾ ਕਰ ਸਕਣਗੀਆਂ ਜਾਂ ਕੋਈ ਮਾਰਕੀਟ ਵਗੈਰਾ ਲਿਆਉਣੀ ਹੈ, ਤੇ 4 ਦਿਨ ਜਿਹੜੇ ਨੇ ਉਹ ਬੰਦੇ ਸ਼ਾਪਿੰਗ ਕਰਨ ਵਾਸਤੇ ਨਿਕਲ ਸਕਦੇ ਨੇ, ਕਿਸੇ ਕੰਮ ਵਾਸਤੇ ਨਿਕਲ ਸਕਦੇ ਨੇ। ਯਾਨੀ ਕਿ ਇਹ ਨਵਾਂ ਕਾਨੂੰਨ ਬਹਿਰਗਾਮ ਵਾਲੇ ਲੈ ਕੇ ਆ ਰਹੇ ਨੇ। ਯਾਨੀ ਜਿਸ ਤਰ੍ਹਾਂ ਸੋਮਵਾਰ ਵਾਲੇ ਦਿਨ ਔਰਤਾਂ ਹੋਈਆਂ, ਮੰਗਲ ਵਾਲੇ ਦਿਨ ਬੰਦੇ, ਬੁੱਧ ਵਾਲੇ ਦਿਨ ਔਰਤਾਂ ਹੋਈਆਂ, ਜੁਮੇਰਾਤ ਵਾਲੇ ਦਿਨ ਬੰਦੇ। ਇਸ ਤਰੀਕੇ ਦੇ ਨਾਲ ਇੱਕ ਦਿਨ ਉਹਨਾਂ ਦਾ ਤੇ ਇੱਕ ਦਿਨ ਉਹਨਾਂ ਦਾ ਇਹ ਕਾਨੂੰਨ ਉੱਥੇ ਤਜਵੀਜ਼ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕੀਤਾ ਜਾਏ। ਉੱਥੇ ਰੈੱਡ ਜ਼ੋਨ ਨੇ ਵੀ ਕਈ ਇਲਾਕਿਆਂ ਦੇ ਵਿੱਚ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਹਰਹਾਲ ਪ੍ਰੋਪਰਲੀ ਤੌਰ 'ਤੇ ਉਹ ਨਹੀਂ ਕਾਮਯਾਬੀ ਹੋ ਸਕੀ ਨਾ ਰੈੱਡ ਜ਼ੋਨ ਰਹਿਣ ਵਾਸਤੇ। ਤੇ ਇਹ ਉਹਨਾਂ ਨੇ ਤਜਵੀਜ਼ ਪੇਸ਼ ਕੀਤੀ ਹੈ, ਵੇਖੋ ਇਹਦੇ ਉੱਤੇ ਅਮਲ ਦਰਾਮਦ ਹੁੰਦਾ ਕਿ ਨਹੀਂ ਹੁੰਦਾ। ਅੱਛਾ, ਤੇ ਗੱਲ ਕਰਨੇ ਆਸਟਰੀਆ ਦੀ। ਆਸਟਰੀਆ ਸੋਚ ਰਿਹਾ ਹੈ ਕਿ ਰੀਓਪਨ ਕਰੇ ਆਪਣੇ ਥੋੜ੍ਹੇ ਬਹੁਤੇ ਕਾਰੋਬਾਰ ਵਗੈਰਾ। 70% ਜਿਹੜੇ ਨੇ 14 ਅਪ੍ਰੈਲ ਤੋਂ ਬਾਅਦ। ਤੇ ਦੂਸਰੇ ਨੰਬਰ 'ਤੇ ਜਿਹੜਾ ਜਰਮਨ ਹੈ ਉਹ ਵੀ 5ਵਾਂ ਮੁਲਕ ਵੱਡਾ, ਜਿਹੜਾ ਲੱਖ ਤੋਂ ਉੱਤੇ ਅੱਪੜ ਗਿਆ ਇਹ ਕੇਸਾਂ ਦੀ ਤਾਦਾਦ ਦੇ ਨਾਲ। ਤੇ ਅੱਗੋਂ ਗੱਲ ਕਰਨੇ ਆਉਂਦੇ ਨੇ ਕਿ ਜਾਨਵਰਾਂ ਦੇ ਉੱਤੇ ਵਬਾ ਨਹੀਂ ਹੋ ਸਕਦੀ। ਨਿਊਯਾਰਕ ਦੇ ਵਿੱਚ, ਅਮਰੀਕਾ ਦੇ ਵਿੱਚ ਇੱਕ ਟਾਈਗਰ ਜਿਹੜਾ ਸੀ, ਇੱਕ ਸ਼ੇਰ ਜਿਹੜਾ ਸੀ, ਉਹ ਕੁਛ ਦਿਨਾਂ ਤੋਂ ਬਿਮਾਰ ਸੀ ਤੇ ਉਹਦਾ ਉਹਨਾਂ ਨੇ ਟੈਸਟ ਵਗੈਰਾ ਕੀਤਾ ਤੇ ਪਤਾ ਲੱਗਾ ਕਿ ਇਹ ਚੀਜ਼ ਤੋਂ ਕਰੋਨਾ ਵਾਇਰਸ ਤੋਂ ਇਨਫੈਕਟਡ ਹੈ। ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਜਾਨਵਰਾਂ ਦੇ ਵਿੱਚ ਵੀ ਕਰੋਨਾ ਵਾਇਰਸ ਹੋ ਸਕਦਾ ਹੈ। ਇਸ ਰਿਸਰਚ ਤੋਂ ਇਹ ਪਤਾ ਲੱਗਦਾ ਹੈ ਕਿ
ਜਿਹੜਾ ਮਾਲਕ ਹੈ ਉਹ ਇਸ ਚੀਜ਼ ਤੋਂ ਇਨਫੈਕਟਡ ਅਗਰ ਹੋਇਆ ਹੋਏ ਤੇ ਉਹਦੇ ਪਾਲਤੂ ਜਾਨਵਰ ਵੀ ਇਨਫੈਕਟਡ ਹੋ ਸਕਦੇ ਨੇ। ਅੱਛਾ ਜੀ, ਉਮੀਦ ਕਰਨੇ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਇਹਦੇ ਨਾਲ ਮਿਲਣੇ ਆ ਅਗਲੀ ਵੀਡੀਓ ਦੇ ਵਿੱਚ, ਤੇ ਤੁਸੀਂ ਇੰਝ ਕਰੋ